ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਅਤੇ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਅੱਜ ਮੈਂ ਇੱਥੇ ਤੁਹਾਡੇ ਨਾਲ ਇੱਕ ਮਿਲੀਅਨਸ ਆਫ ਕੁਐਸਚਨ ਦੀ ਗੱਲ ਕਰਨ ਲੱਗਿਆ ਹਾਂ, ਜਿਹੜਾ ਕੁਐਸਚਨ ਕਿ ਅੱਜ ਹਰ ਵਾਰਡ ਅਟੈਂਡੈਂਟ ਦੀ ਐਗਜ਼ਾਮ ਦੀ ਤਿਆਰੀ ਕਰਨ ਵਾਲੇ ਕੈਂਡੀਡੇਟ ਦੀ ਜ਼ੁਬਾਨ ਤੇ ਹੈ। ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਕਿ ਦਿਨ ਵਿੱਚ ਕਿੰਨੇ ਹੀ ਕਮੈਂਟ ਇਸ ਸੰਬੰਧੀ ਆਉਂਦੇ ਹਨ ਕਿ ਵਾਰਡ ਅਟੈਂਡੈਂਟ ਦਾ ਜਿਹੜਾ ਐਗਜ਼ਾਮ ਹੈ ਉਹ ਕਦੋਂ ਹੋਵੇਗਾ। ਮੈਂ ਇੱਥੇ ਤੁਹਾਨੂੰ ਦੱਸ ਦੇਵਾਂ ਕਿ ਬਹੁਤ ਲੋਕ ਜਿਹੜੇ ਤੁਹਾਨੂੰ ਗਲਤ ਫਹਿਮੀ ਵਿੱਚ ਪਾਉਂਦੇ ਹੋਣਗੇ, ਤੁਹਾਨੂੰ ਇੱਦਾਂ ਕਹਿੰਦੇ ਹੋਣ ਕਿ ਵਾਰਡ ਅਟੈਂਡੈਂਟ ਦਾ ਐਗਜ਼ਾਮ ਹੈ ਜਿਹੜਾ ਉਹ ਕੈਂਸਲ ਹੋ ਜਾਵੇਗਾ, ਇਹ ਐਗਜ਼ਾਮ ਨਹੀਂ ਹੋਵੇਗਾ। ਮੈਂ ਇੱਥੇ ਤੁਹਾਨੂੰ ਇਹ ਗੱਲ ਦੱਸ ਦੇਵਾਂ ਕਿ ਅਜਿਹਾ ਕਦੇ ਨਹੀਂ ਹੁੰਦਾ ਕਿ ਵਾਰਡ ਅਟੈਂਡੈਂਟ ਦਾ ਜਿਹੜਾ ਐਗਜ਼ਾਮ ਹੈ ਉਹ ਨਾ ਹੋਵੇ, ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਵਾਰਡ ਅਟੈਂਡੈਂਟ ਦੀਆਂ ਜਿਹੜੀਆਂ ਪੋਸਟਾਂ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਨਿਕਲੀਆਂ ਸੀ, ਉਹਨਾਂ ਦੇ ਨਾਲ ਨਾਲ ਜਿਹੜੀਆਂ ਵੀ ਹੋਰ ਪੋਸਟਾਂ ਨਿਕਲੀਆਂ ਸੀ, ਉਹਨਾਂ ਸਾਰੀਆਂ ਭਰਤੀਆਂ ਦੇ ਲਈ ਐਗਜ਼ਾਮ ਲਗਭਗ ਹੋ ਚੁੱਕੇ ਹਨ ਅਤੇ ਮੋਸਟ ਆਫ ਦਾ ਭਰਤੀਆਂ ਦੇ ਜਿਹੜੀ ਰਿਜ਼ਲਟ ਵੀ ਆ ਚੁੱਕੇ ਹਨ, ਮੈਰਿਟ ਲਿਸਟ ਵੀ ਬਣ ਚੁੱਕੀ ਹੈ ਅਤੇ ਕੁਝ ਕੁ ਭਰਤੀਆਂ ਜਿਨ੍ਹਾਂ ਦੇ 26/10 ਨੂੰ ਐਗਜ਼ਾਮ ਹੋਇਆ ਸੀ, 1-2 ਐਗਜ਼ਾਮ ਹੋਰ ਨੇ, ਉਹਨਾਂ ਦੇ ਜਿਹੜੇ ਮੈਰਿਟ ਲਿਸਟ ਫਾਈਨਲ ਆਉਣੀ ਹਲੇ ਬਾਕੀ ਹੈ। ਬਾਕੀ ਜਿਹੜੀ ਸਭ ਤੋਂ ਉਹਨਾਂ ਦੇ ਨੰਬਰ ਵਗੈਰਾ ਜੋ ਵੀ ਹੈ ਡਿਟੇਲ ਉਹ ਆ ਚੁੱਕਿਆ ਹੈ। ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਕਿ ਇਹ ਪ੍ਰੋਸੈਸ ਜਿਹੜਾ ਦੇਖੋ ਕਿੰਨੀ ਜਲਦੀ ਹੋ ਰਿਹਾ ਹੈ ਅਤੇ ਕਿੰਨੀ ਜਲਦੀ ਹੋ ਚੁੱਕਿਆ ਹੈ। ਇਹ ਗੱਲ ਬਿਲਕੁਲ ਸ਼ੋਰ ਹੈ ਕਿ ਹੁਣ ਇਹਨਾਂ ਸਾਰੀਆਂ ਭਰਤੀਆਂ ਦੇ ਕੰਮ ਨਿਬੜਨ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਸਿਰਫ ਤੇ ਸਿਰਫ ਵਾਰਡ ਅਟੈਂਡੈਂਟ ਦੇ ਐਗਜ਼ਾਮ ਤੇ ਧਿਆਨ ਕੇਂਦਰਿਤ ਕਰੇਗੀ। ਵਾਰਡ ਅਟੈਂਡੈਂਟ ਦਾ ਜਿਹੜਾ ਐਗਜ਼ਾਮ ਹੈ ਇਸ ਵਿੱਚ ਦੇਰੀ ਹੋਣ ਦਾ ਕਾਰਨ ਇਹੀ ਹੈ ਕਿ ਇਹ ਜਿਹੜੀ ਭਰਤੀ ਹੈ ਇਸ ਦੇ ਲਈ ਇੱਕ ਤਾਂ ਕੁਆਲੀਫਿਕੇਸ਼ਨ ਸੀ ਜਿਹੜੀ ਉਹ 8th ਮੰਗੀ ਗਈ ਸੀ, ਜੋ ਕਿ ਬਹੁਤ ਹੀ ਘੱਟ ਹੈ, ਅਤੇ ਦੂਜਾ ਇਸ ਭਰਤੀ ਦੇ ਲਈ ਕੋਈ ਵੀ ਕੋਰਸ ਨਹੀਂ ਮੰਗਿਆ ਗਿਆ ਸੀ। ਇਸ ਲਈ ਇਸ ਭਰਤੀ ਨੂੰ ਅਪਲਾਈ ਕਰਨ ਵਾਲੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਲਗਭਗ 1 ਤੋਂ 1.5 ਲੱਖ ਦੇ ਕਰੀਬ ਜਿਹੜੇ ਕੈਂਡੀਡੇਟਸ ਹੈ ਜਿਨ੍ਹਾਂ ਨੇ ਇਸ ਐਗਜ਼ਾਮ ਨੂੰ ਅਪਲਾਈ ਕੀਤਾ ਹੈ। ਤੁਹਾਨੂੰ ਪਤਾ ਹੈ ਕਿ ਜਦੋਂ 1 ਮਹੀਨਾ ਇਸ ਭਰਤੀ ਦੇ ਲਈ ਆਨਲਾਈਨ ਅਪਲਾਈ ਚੱਲੀ ਸੀ, ਉਦੋਂ ਤਕਰੀਬਨ 1 ਲੱਖ ਕੈਂਡੀਡੇਟਸ ਜਿਹੜੇ ਲਗਭਗ ਇਸ ਨੂੰ ਅਪਲਾਈ ਕਰ ਚੁੱਕੇ ਸੀ, ਪਰੰਤੂ ਉਸ ਤੋਂ ਬਾਅਦ ਇਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਵਾਲਿਆਂ ਨੇ ਥੋੜ੍ਹੇ ਦਿਨ 7-8 ਦਿਨ ਦੁਬਾਰਾ ਫਿਰ ਆਨਲਾਈਨ ਅਪਲਾਈ ਜਿਹੜੀ ਡੇਟ ਐਕਸਟੈਂਡ ਕਰ ਦਿੱਤੀ ਸੀ ਅਤੇ ਉਨੇ ਦਿਨਾਂ ਵਿੱਚ ਵੀ ਇਹ ਲਗਭਗ 30-40 ਹਜ਼ਾਰ ਜਿਹੜੇ ਹੋਰ ਫਾਰਮ ਅਪਲਾਈ ਹੋ ਚੁੱਕੇ ਸਨ। ਇਸ ਲਈ ਤਕਰੀਬਨ 1 ਤੋਂ 1.5 ਲੱਖ ਦੇ ਵਿੱਚ ਜਿਹੜੇ ਇਹ ਫਾਰਮ ਹੈ ਟੋਟਲ ਅਪਲਾਈ ਹੋਏ ਹਨ। ਇਸ ਦੀ ਇੰਨੀ ਵੱਡੀ ਤਾਦਾਦ ਨੂੰ ਦੇਖਦੇ ਹੋਏ ਹੀ ਬਾਬਾ ਫਰੀਦ ਯੂਨੀਵਰਸਿਟੀ ਨੇ ਇਸ ਦੇ ਪੇਪਰ ਨੂੰ ਹਲੇ ਟਾਲਿਆ ਹੈ। ਉਹ ਸਭ ਤੋਂ ਪਹਿਲਾਂ ਬਾਕੀ ਜਿਹੜੀਆਂ ਭਰਤੀਆਂ ਇਸ ਦੇ ਨਾਲ ਰਿਲੇਟਡ ਸੀ ਉਹਨਾਂ ਸਾਰੀਆਂ ਦੀ ਭਰਤੀ ਕੰਪਲੀਟ ਕਰਨ ਤੋਂ ਬਾਅਦ ਇਸ ਦਾ ਪੇਪਰ ਲੈਣਾ ਚਾਹੁੰਦੀ ਸੀ ਤਾਂ ਕਿ ਇਸ ਵਿੱਚ ਕੋਈ ਮੁਸ਼ਕਲ ਨਾ ਆਵੇ, ਕਿਉਂਕਿ ਬਾਕੀ ਜਿੰਨੀਆਂ ਵੀ ਭਰਤੀਆਂ ਸੀ ਮਲਟੀਪਲ ਹੈਲਥ ਵਰਕਰ, ECG, ਮੈਡੀਕਲ ਆਫੀਸਰ ਵਗੈਰਾ, ਉਹ ਤਕਰੀਬਨ ਹਰੇਕ ਭਰਤੀ ਵਿੱਚ 10-10 ਹਜ਼ਾਰ ਮੈਕਸੀਮਮ 10-10 ਹਜ਼ਾਰ ਕੈਂਡੀਡੇਟ ਹੋਣਗੇ। ਇਸ ਤੋਂ ਜ਼ਿਆਦਾ ਨਹੀਂ ਹੋ ਸਕਦੇ, 10 ਹਜ਼ਾਰ ਤੋਂ ਵੀ ਘੱਟ ਹੀ ਹੋਣਗੇ, ਕਿਉਂਕਿ ਉਹਨਾਂ ਸਾਰਿਆਂ ਲਈ ਇੱਕ ਸਪੈਸੀਫਿਕ ਕੋਰਸ ਮੰਗਿਆ ਗਿਆ ਸੀ ਜਿਹੜੇ ਕਿ ਬਹੁਤ ਘੱਟ ਕੈਂਡੀਡੇਟਸ ਨੇ ਕੀਤਾ ਹੁੰਦਾ ਹੈ। ਇਸ ਲਈ ਉਹਨਾਂ ਦੀ ਤਾਦਾਦ ਬਹੁਤ ਘੱਟ ਸੀ। ਇਸ ਲਈ ਉਹਨਾਂ ਸਾਰਿਆਂ ਦਾ ਜਿਹੜਾ ਐਗਜ਼ਾਮ ਲੈਣਾ ਬਾਬਾ ਫਰੀਦ ਯੂਨੀਵਰਸਿਟੀ ਲਈ ਉਹਨਾਂ ਨੂੰ ਕੰਡਕਟ ਕਰਵਾਉਣਾ ਆਸਾਨ ਸੀ। ਇਸ ਲਈ ਸਭ ਤੋਂ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਉਹਨਾਂ ਸਾਰਿਆਂ ਦਾ ਕੰਮ ਕੰਪਲੀਟ ਕੀਤਾ ਜਾ ਰਿਹਾ ਹੈ। ਜਿਵੇਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਬਾਕੀ ਸਾਰੀਆਂ ਜਿੰਨੀਆਂ ਭਰਤੀਆਂ ਸੀ ਉਹਨਾਂ ਦੇ ਪੇਪਰ ਤਕਰੀਬਨ ਹੋ ਚੁੱਕੇ ਹਨ ਅਤੇ ਸਿਰਫ ਤੇ ਸਿਰਫ ਫਾਈਨਲ ਮੈਰਿਟ ਲਿਸਟਾਂ ਹੀ ਆਉਣੀਆਂ ਬਾਕੀ ਹਨ। ਜਦੋਂ ਹੀ ਇਹ ਕੰਮ ਕੰਪਲੀਟ ਹੋ ਜਾਵੇਗਾ, ਤੁਸੀਂ ਦੇਖਿਆ ਹੀ ਹੈ ਕਿ ਪਿਛਲੇ 15-20 ਦਿਨਾਂ ਵਿੱਚ ਕਿੰਨੀ ਫਾਸਟ ਕੰਮ ਹੋ ਰਿਹਾ ਹੈ, ਜਲਦੀ ਤੋਂ ਜਲਦੀ ਸਾਰਾ ਨਵੇੜੇ ਹੋ ਜਾਵੇਗਾ। ਇਹ ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ 10 ਤੋਂ 15 ਦਿਨਾਂ ਵਿੱਚ ਇਹ ਸਾਰਾ ਕੰਮ ਜਿਹੜਾ ਕੰਪਲੀਟ ਹੋ ਜਾਵੇਗਾ ਬਿਲਕੁਲ। ਉਸ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਵਾਲੇ ਸਿਰਫ ਤੇ ਸਿਰਫ ਵਾਰਡ ਅਟੈਂਡੈਂਟ ਦੇ ਐਗਜ਼ਾਮ ਤੇ ਧਿਆਨ ਕੇਂਦਰਿਤ ਕਰਨਗੇ। ਇਸ ਲਈ ਮੋਸਟ ਐਕਸਪੈਕਟਡ ਇਹੀ ਹੈ ਕਿ 15-20 ਦਿਨਾਂ ਤੋਂ ਬਾਅਦ ਜਿਹੜੀ ਵਾਰਡ ਅਟੈਂਡੈਂਟ ਦੇ ਐਗਜ਼ਾਮ ਦੀ ਕੋਈ ਡੇਟ ਬਾਰੇ ਅਨਾਉਂਸਮੈਂਟ ਆਉਣ ਦੀ ਪੂਰੀ ਸੰਭਾਵਨਾ ਹੈ। ਇਸ ਲਈ ਬਿਲਕੁਲ ਵੀ ਮਾਯੂਸ ਨਾ ਹੋਵੇ, ਸਿਰਫ ਤੇ ਸਿਰਫ ਆਪਣੀ ਪੜ੍ਹਾਈ ਤੇ ਧਿਆਨ ਦੇਵੋ। ਐਦਾਂ ਕੁਝ ਨਹੀਂ ਹੁੰਦਾ ਕਿ ਐਗਜ਼ਾਮ ਨਾ ਹੋਵੇ, ਇਹ ਐਗਜ਼ਾਮ ਜ਼ਰੂਰ ਹੋਵੇਗਾ, ਕਿਉਂਕਿ ਕਰੋਨਾ ਮਹਾਮਾਰੀ ਦੇ ਚੱਲਦਿਆਂ ਸਰਕਾਰ ਨੂੰ ਹੈਲਥ ਡਿਪਾਰਟਮੈਂਟ ਵਿੱਚ ਬਹੁਤ ਜ਼ਿਆਦਾ ਕਰਮਚਾਰੀਆਂ ਦੀ ਜ਼ਰੂਰਤ ਹੈ। ਇੱਕ ਤਾਂ ਪਹਿਲਾਂ ਹੀ ਹਸਪਤਾਲਾਂ ਵਿੱਚ ਕਰਮਚਾਰੀਆਂ ਦੀ ਬਹੁਤ ਜ਼ਿਆਦਾ ਘਾਟ ਹੈ, ਦੂਜਾ ਇਸ ਬਿਮਾਰੀ ਕਾਰਨ ਉਹਨਾਂ ਦੀ ਕਰਮਚਾਰੀਆਂ ਦੀ ਮੰਗ ਹੋਰ ਵੀ ਜ਼ਿਆਦਾ ਵੱਧ ਗਈ ਹੈ, ਕਿਉਂਕਿ ਹਸਪਤਾਲਾਂ ਵਿੱਚ ਬਹੁਤ ਜ਼ਿਆਦਾ ਰਸ਼ ਹੋ ਚੁੱਕਿਆ ਹੈ। ਤੁਹਾਨੂੰ ਪਤਾ ਹੀ ਇਸ ਬਾਰੇ ਸਾਰਾ ਕਿਵੇਂ ਦਾ ਮਾਹੌਲ ਚੱਲ ਰਿਹਾ ਹੈ। ਇਸ ਲਈ ਇਸ ਤਰ੍ਹਾਂ ਦੇ ਮਾਹੌਲ ਨੂੰ ਨਜਿੱਠਣ ਦੇ ਲਈ ਸਰਕਾਰ ਨੂੰ ਇਹਨਾਂ ਭਰਤੀਆਂ ਦੇ ਵਿੱਚ ਜਿਹੜੇ ਕੈਂਡੀਡੇਟਸ ਹੈ ਉਹਨਾਂ ਨੂੰ ਨਿਰਾਸ਼ ਨਹੀਂ ਕਰ ਸਕਦੀ। ਉਹ ਇਹ ਭਰਤੀ ਜ਼ਰੂਰ ਕਰਨਗੇ ਅਤੇ ਇਸ ਦਾ ਪੇਪਰ ਜਿਹੜਾ ਉਹ ਜ਼ਰੂਰ ਹੋਵੇਗਾ। ਬਾਕੀ ਮੈਂ ਤੁਹਾਨੂੰ ਪਹਿਲਾਂ ਇਸ ਬਾਰੇ ਡਿਟੇਲ ਵਿੱਚ ਦੱਸ ਹੀ ਚੁੱਕਿਆ ਕਿ ਇਹ ਬਹੁਤ ਵੱਡੀ ਤਾਦਾਦ ਵਿੱਚ ਹੋਣ ਕਰਕੇ ਹੀ ਇਸ ਵਿੱਚ ਦੇਰੀ ਆਈ ਹੈ, ਹੋਰ ਇਸ ਵਿੱਚ ਦੇਰੀ ਹੋਣ ਦਾ ਕੋਈ ਕਾਰਨ ਨਹੀਂ ਹੈ। ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ ਕਿ ਫਾਰਮ ਭਰਵਾ ਲਏ, ਪੈਸੇ ਖਾ ਲਏ, ਸਰਕਾਰ ਇਹ ਪੇਪਰ ਨਹੀਂ ਕੱਢੇਗੀ। ਇੱਦਾਂ ਦਾ ਕੁਝ ਨਹੀਂ ਹੈ।
ਇੱਦਾਂ ਦੀਆਂ ਗੱਲਾਂ ਵਿੱਚ ਨਾ ਆਓ। ਸਿਰਫ ਤੇ ਸਿਰਫ ਆਪਣੀ ਪੜ੍ਹਾਈ ਤੇ ਕਨਸੈਂਟਰੇਟ ਕਰੋ ਅਤੇ ਆਪਣੀ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕਰੋ, ਤਾਂ ਕਿ ਜੇਕਰ ਤੁਸੀਂ ਇਹ ਪੇਪਰ ਭਰਿਆ ਹੈ, ਫੀਸ ਭਰੀ ਹੈ ਤੇ ਤੁਸੀਂ ਮਿਹਨਤ ਕੀਤੀ ਹੈ, ਤਾਂ ਤੁਸੀਂ ਇਸ ਪੇਪਰ ਨੂੰ ਪਾਸ ਕਰਨ ਵਿੱਚ ਸਫਲ ਹੋਵੋ। ਕਿਉਂਕਿ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਕਿ ਪੇਪਰ ਨਹੀਂ ਹੋਵੇਗਾ, ਉਹ ਤੁਹਾਨੂੰ ਡੀਮੋਟੀਵੇਟ ਕਰ ਰਹੇ ਹਨ। ਉਹ ਖੁਦ ਤਾਂ ਤਿਆਰੀ ਕਰ ਰਹੇ ਹੋਣਗੇ, ਪਰੰਤੂ ਤੁਹਾਨੂੰ ਡੀਮੋਟੀਵੇਟ ਕਰਕੇ ਤੁਹਾਡੀ ਤਿਆਰੀ ਵਿੱਚ ਵਿਘਨ ਪਾ ਰਹੇ ਹਨ। ਇਸ ਲਈ ਇੱਦਾਂ ਦੀਆਂ ਗੱਲਾਂ ਵਿੱਚ ਬਿਲਕੁਲ ਵੀ ਨਾ ਆਓ। ਆਪਣਾ ਪੂਰਾ ਕਨਸੈਂਟਰੇਟ, ਪੂਰੀ ਧਿਆਨ ਪੂਰਾ ਆਪਣਾ ਪੜ੍ਹਾਈ 'ਤੇ ਰੱਖੋ, ਕਿਉਂਕਿ ਪੜ੍ਹਿਆ ਹੋਇਆ ਕਦੇ ਵੀ ਵਿਅਰਥ ਨਹੀਂ ਜਾਂਦਾ। ਵੈਸੇ ਤਾਂ ਅਸੀਂ ਚਾਹੁੰਦੇ ਹਾਂ ਜੋ ਤੁਸੀਂ ਸਾਡੇ ਨਾਲ ਜੁੜੇ ਹੋ, ਇੰਨੀ ਤਿਆਰੀ ਕਰ ਰਹੇ ਹੋ, ਤੁਹਾਡੇ ਸਾਰਿਆਂ ਦਾ ਐਗਜ਼ਾਮ ਕਲੀਅਰ ਹੋ ਜਾਵੇ। ਪਰੰਤੂ ਫਿਰ ਵੀ ਜੇ ਕੋਈ ਰਹਿ ਵੀ ਜਾਂਦਾ ਹੈ ਤਾਂ ਉਸ ਦੀ ਪੜ੍ਹਾਈ ਬਿਲਕੁਲ ਵਿਅਰਥ ਨਹੀਂ ਜਾਵੇਗੀ, ਕਿਉਂਕਿ ਅਗਲੇ ਤੁਹਾਨੂੰ ਪਤਾ ਹੈ 2022 ਵਿੱਚ ਇਲੈਕਸ਼ਨ ਹੈ ਅਤੇ 2021 ਵਾਲਾ ਜਿਹੜਾ ਸਾਲ ਆਉਣ ਵਾਲਾ ਉਹ ਪੂਰਾ ਭਰਤੀਆਂ ਨਾਲ ਭਰਿਆ ਹੋਇਆ ਹੈ। ਅਲੱਗ-ਅਲੱਗ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਭਰਤੀਆਂ ਆਉਣਗੀਆਂ, ਜਿਸ ਦੇ ਬਾਰੇ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ 1 ਲੱਖ ਭਰਤੀਆਂ ਉਹ ਆਉਣ ਵਾਲੇ ਸਾਲ ਵਿੱਚ ਜਿਹੜੀਆਂ ਉਹਨਾਂ ਨੇ ਕਰਨੀਆਂ ਹਨ। ਇਹ ਵੀ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਹਮੇਸ਼ਾ ਹੀ ਇਲੈਕਸ਼ਨ ਤੋਂ 1 ਸਾਲ ਜਿਹੜਾ ਪਹਿਲਾਂ ਹੁੰਦਾ ਹੈ ਉਸ ਵਿੱਚ ਕਈ ਵੱਡੀ ਤਾਦਾਦ ਵਿੱਚ ਕਾਫੀ ਭਰਤੀਆਂ ਨਿਕਲਦੀਆਂ ਹਨ। ਇਸ ਲਈ ਜੋ ਤੁਸੀਂ ਪੜ੍ਹਾਈ ਕਰੋਗੇ, ਜੋ ਜੀਕੇ ਮੈਥ ਵਗੈਰਾ ਜੋ ਵੀ ਕੁਝ ਕਰੋਗੇ, ਉਹ ਤੁਹਾਡਾ ਉਹਨਾਂ ਸਾਰੇ ਪੇਪਰਾਂ ਵਿੱਚ ਕੰਮ ਆਵੇਗਾ। ਦੂਜੀ ਗੱਲ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਇਸ ਭਰਤੀ ਦੇ ਜਿਹੜਾ ਲੇਟ ਹੋਣ ਦਾ ਕਾਰਨ ਇਹ ਵੀ ਹੈ ਕਿ ਤੁਹਾਨੂੰ ਪਤਾ ਹੈ ਜਿੰਨੇ ਵੀ ਹੁਣ ਤੱਕ ਪੇਪਰ ਹੋਏ ਹੈ, ਬਾਬਾ ਫਰੀਦ ਯੂਨੀਵਰਸਿਟੀ ਨੇ ਉਹ ਬਹੁਤ ਹੀ ਛੋਟੇ ਲੈਵਲ ਦੇ, ਮਤਲਬ ਛੋਟੇ ਜਿਹੇ ਏਰੀਏ ਵਿੱਚ ਹੀ ਉਹਨਾਂ ਦੇ ਕੰਡਕਟ ਹੋ ਚੁੱਕੇ ਸੀ। ਪਰੰਤੂ 1.5 ਲੱਖ ਕੈਂਡੀਡੇਟ, 1 ਜਾਂ 1.5 ਲੱਖ ਜੋ ਵੀ ਬਣਦੇ ਕੈਂਡੀਡੇਟ, ਉਹਨਾਂ ਨੂੰ ਪੇਪਰ ਉਹਨਾਂ ਦਾ ਲੈਣ ਦੇ ਲਈ ਘੱਟੋ ਘੱਟ ਪੂਰੇ ਪੰਜਾਬ ਵਿੱਚ ਜਿਹੜੇ ਸੈਂਟਰ ਬਣਾਏ ਜਾਣਗੇ। ਇੰਨੀ ਵੱਡੀ ਤਾਦਾਦ ਵਿੱਚ ਕਿਸੇ ਵੀ ਸੰਸਥਾ ਨੇ ਕੋਈ ਪੇਪਰ ਲੈਣਾ ਹੋਵੇ ਤਾਂ ਉਸ ਨੂੰ ਟਾਈਮ ਲੱਗ ਹੀ ਜਾਂਦਾ ਹੈ, ਕਿਉਂਕਿ ਇੰਨਾ ਕੁਝ ਕੰਡਕਟ ਕਰਵਾਉਣ ਦੇ ਲਈ ਸਾਰਾ ਉਹਨਾਂ ਨੇ ਪਹਿਲਾਂ ਸਕੂਲਾਂ ਨਾਲ ਜਿੱਥੇ ਉਹਨਾਂ ਨੇ ਐਗਜ਼ਾਮ ਲੈਣੇ ਹੈ ਉਹਨਾਂ ਨਾਲ ਕੰਟੈਕਟ ਕਰਨਾ ਪਵੇਗਾ, ਉਹਨਾਂ ਤੋਂ ਟਾਈਮ ਮੰਗਣਾ ਪਵੇਗਾ। ਹੋਰ ਪੇਪਰ ਵੀ ਉਹਨਾਂ ਨੇ ਇੰਨੀ ਵੱਡੀ ਤਾਦਾਦ ਛਪਵਾਉਣੇ ਹੈ ਅਤੇ ਇੰਨੇ ਪੇਪਰ ਦੇਣ ਦੇ ਲਈ ਹਰੇਕ ਜਗ੍ਹਾ ਸਟਾਫ ਦੀ ਲੋੜ ਹੁੰਦੀ ਹੈ। ਇੰਨਾ ਸਾਰਾ ਕੁਝ ਕਰਨ ਦੇ ਲਈ ਟਾਈਮ ਲੱਗਦਾ ਹੈ। ਇਸੇ ਲਈ ਹੀ ਇਹ ਜਿਹੜਾ ਪੇਪਰ ਹੈ ਇਹ ਥੋੜ੍ਹਾ ਲੇਟ ਹੋ ਰਿਹਾ ਹੈ, ਕਿਉਂਕਿ ਬਾਕੀ ਜਿਹੜੀਆਂ ਪੋਸਟਾਂ ਤੀਆਂ ਉਹ ਸਾਰੀਆਂ ਘੱਟ ਸੀਗੀਆਂ। ਉਹਨਾਂ ਦੇ ਲਈ ਬਹੁਤ ਜ਼ਿਆਦਾ ਮੁਸ਼ੱਕਤ ਨਹੀਂ ਕਰਨੀ ਪਈ ਬਾਬਾ ਫਰੀਦ ਯੂਨੀਵਰਸਿਟੀ ਨੂੰ, ਉਹ ਬਹੁਤ ਹੀ ਆਸਾਨੀ ਨਾਲ ਉਹਨਾਂ ਨੇ ਕੰਡਕਟ ਕਰਵਾ ਲਏ। ਹੁਣ ਜਦੋਂ ਉਹਨਾਂ ਦਾ ਕੰਮ ਸਾਰਿਆਂ ਦਾ ਕੰਪਲੀਟ ਹੋਣ ਦੀ ਕਗਾਰ 'ਤੇ ਹੈ, ਤਾਂ ਤੁਸੀਂ ਉਮੀਦ ਕਰ ਸਕਦੇ ਹੋ ਕਿ ਆਉਣ ਵਾਲੇ 15 ਤੋਂ 20 ਦਿਨਾਂ ਦੇ ਵਿੱਚ ਤੁਹਾਨੂੰ ਵਾਰਡ ਅਟੈਂਡੈਂਟ ਦੇ ਐਗਜ਼ਾਮ ਦੀ ਜਿਹੜੀ ਡੇਟ ਹੈ ਉਹ ਅਨਾਊਂਸ ਹੋ ਜਾਵੇਗੀ। ਐਕਸਪੈਕਟਡ ਇਹੀ ਹੈ ਕਿ ਮਤਲਬ ਤਕਰੀਬਨ ਨਵੰਬਰ ਦੇ ਐਂਡ ਤੱਕ ਜਿਹੜਾ ਐਗਜ਼ਾਮ ਹੋਣ ਦੇ ਪੂਰੇ ਚਾਂਸ ਹੈ, ਵੀ ਨਵੰਬਰ ਦੇ ਐਂਡ ਤੱਕ ਜਾਂ ਐਗਜ਼ਾਮ ਹੋ ਜਾਵੇ ਜਾਂ ਫਿਰ ਦਸੰਬਰ ਦੇ ਸਟਾਰਟਿੰਗ ਲਗਾ ਲਓ। ਇਸ ਤੋਂ ਜ਼ਿਆਦਾ ਲੇਟ ਨਹੀਂ ਹੁੰਦਾ। ਇਸ ਲਈ ਆਲੇ ਦੁਆਲੇ ਦੀਆਂ ਗੱਲਾਂ ਨੂੰ ਪਾਸੇ ਰੱਖ ਕੇ ਆਪਣੀ ਪੜ੍ਹਾਈ ਵਿੱਚ ਧਿਆਨ ਰੱਖੋ। ਜੇ ਤੁਹਾਨੂੰ ਹੋਰ ਕੋਈ ਵੀ ਸੰਬੰਧੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲਿਓ, ਕਿਉਂਕਿ ਇਸ ਚੈਨਲ ਉੱਤੇ ਅਸੀਂ ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੀਆਂ ਸਰਕਾਰੀ ਭਰਤੀਆਂ ਸੰਬੰਧੀ ਲੇਟੈਸਟ ਇਨਫੋਰਮੇਸ਼ਨ ਪਾਉਂਦੇ ਰਹਿੰਦੇ ਹਾਂ। ਇਸ ਤੋਂ ਇਲਾਵਾ ਤੁਹਾਨੂੰ ਪੜ੍ਹਾਈ ਦੇ ਲਈ ਸਟੱਡੀ ਮਟੀਰੀਅਲ, ਬੁੱਕਸ ਦੀਆਂ PDFs ਚਾਹੀਦੀਆਂ ਹਨ ਤਾਂ ਤੁਸੀਂ ਸਾਡੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਨੂੰ ਜੁਆਇਨ ਕਰ ਲਵੋ, ਜਿਨ੍ਹਾਂ ਦੇ ਕਿ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ। ਉੱਥੇ ਅਸੀਂ PDF ਬੁੱਕਸ ਅਤੇ ਸਟੱਡੀ ਨੋਟਸ ਪਾਉਂਦੇ ਰਹਿੰਦੇ ਹਾਂ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਕਿਸੇ ਹੋਰ ਇਨਫੋਰਮੇਸ਼ਨ ਨਾਲ। ਤਦ ਤੱਕ ਲਈ ਧੰਨਵਾਦ।